ਦੀਵਾਨ ਟੋਡਰਮਲ ਗੁਰੂ ਘਰ ਦਾ ਉਹ ਅਨੰਤ ਸੇਵਕ ਜਿਸ ਨੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੀ ਅੰਤਮ ਰਸਮਾਂ ਪੂਰੀਆਂ ਕਰਕੇ ਯਾਨੀ ਕਿ ਅੰਤਮ ਸੰਸਕਾਰ ਕਰਕੇ ਸਿੱਖ ਕੌਮ ਨੂੰ ਸਾਰੀ ਉਮਰ ਦੇ ਲਈ ਕਰਜ਼ਦਾਰ ਕਰ ਦਿੱਤਾ। ਇਤਿਹਾਸ ਦੇ ਵਿੱਚ ਵਾਰ-ਵਾਰ ਜ਼ਿਕਰ ਆਉਂਦਾ ਹੈ ਦੀਵਾਨ ਟੋਡਰਮਲ ਨੇ ਮੋਹਰਾਂ ਖੜੀਆਂ ਕਰਕੇ ਉਹ ਜ਼ਮੀਨ ਖਰੀਦੀ ਜਿੱਥੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦਾ ਅੰਤਮ ਸੰਸਕਾਰ ਕੀਤਾ ਗਿਆ। ਇਤਿਹਾਸ ਦੇ ਵਿੱਚ ਦੀਵਾਨ ਟੋਡਰਮਲ ਦੀ ਜਹਾਜ਼ ਹਵੇਲੀ ਦਾ ਜ਼ਿਕਰ ਵੀ ਵਾਰ-ਵਾਰ ਆਉਂਦਾ ਹੈ। ਅੱਜ ਦੀਵਾਨ ਟੋਡਰਮਲ ਦੀ ਜਹਾਜ਼ ਹਵੇਲੀ ਬਾਰੇ ਤੁਹਾਨੂੰ ਕੁਝ ਖਾਸ ਜਾਣਕਾਰੀ ਦੇਣ ਜਾ ਰਹੇ ਹਾਂ। ਮੈਂ ਖੁਦ ਉੱਥੇ ਜਾ ਕੇ ਵਿਜ਼ਿਟ ਕਰਕੇ ਆਇਆ ਹਾਂ। ਜੋ ਕੁਝ ਉੱਥੇ ਮਹਿਸੂਸ ਕੀਤਾ, ਜੋ ਕੁਝ ਦੇਖਿਆ, ਉਹ ਅੱਜ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ। ਔਰ ਅਸੀਂ ਚਾਹੁੰਦੇ ਹਾਂ ਕਿ ਉਹ ਅਨੰਤ ਸੇਵਕ ਜਿਸ ਨੇ ਗੁਰੂ ਘਰ ਦੇ ਪ੍ਰਤੀ ਅਕੀਦਾ ਨਾ ਹੋਣ ਦੇ ਬਾਵਜੂਦ ਵੀ, ਜੋ ਸਿੱਖ ਧਰਮ ਦੇ ਨਾਲ ਸੰਬੰਧਿਤ ਨਹੀਂ ਸੀ ਤਾਂ ਵੀ ਉਸਨੇ ਗੁਰੂ ਘਰ ਦੇ ਨਾਲ ਇੰਨਾ ਪਿਆਰ ਦਿਖਾਇਆ, ਆਪਣਾ ਸਭ ਕੁਝ ਨਿਛਾਵਰ ਕਰ ਦਿੱਤਾ, ਉਸ ਦੀ ਜਿਹੜੀ ਇੱਕ ਆਖਰੀ ਯਾਦਗਾਰ ਹੈ ਉਹ ਲੋਕਾਂ ਤੱਕ ਜ਼ਰੂਰ ਪਹੁੰਚੇ। ਜਹਾਜ਼ ਹਵੇਲੀ ਕਿਉਂ ਕਿਹਾ ਜਾਂਦਾ ਹੈ, ਇਹ ਵੀ ਬੜਾ ਇੱਕ ਇੰਟਰਸਟਿੰਗ ਫੈਕਟ ਹੈ ਜਿਹੜਾ ਉਹ ਇਤਿਹਾਸ ਦੇ ਵਿੱਚ ਦੇਖਣ ਨੂੰ ਮਿਲਿਆ। ਜਿਹੜੇ ਉੱਥੇ ਜਿਨ੍ਹਾਂ ਨੂੰ ਸਾਂਭ ਸੰਭਾਲ ਦਾ ਸਾਰਾ ਕਾਰਜ ਦਿੱਤਾ ਗਿਆ ਹੈ, ਜੋ ਉੱਥੇ ਸਾਰਾ ਕੰਮ ਦੇਖ ਰਹੇ ਨੇ, ਉਹਨਾਂ ਨੇ ਸਾਨੂੰ ਦੱਸਿਆ ਕਿ ਇਤਿਹਾਸ ਇਹ ਦੱਸਦਾ ਹੈ ਕਿ ਦੀਵਾਨ ਟੋਡਰਮਲ ਦੇ ਪਾਣੀ ਦੇ ਜਹਾਜ਼ ਅਰਬ ਕੰਟਰੀਜ਼ ਦੇ ਵਿੱਚ ਚੱਲਦੇ ਸੀ, ਅਰਬ ਮੁਲਕਾਂ ਦੇ ਵਿੱਚ ਉਹ ਜਹਾਜ਼ ਚੱਲਦੇ ਹੁੰਦੇ ਸੀ। ਇੱਕ ਵਾਰ ਉਸਦਾ ਜਹਾਜ਼ ਫਸ ਗਿਆ ਪਾਣੀ ਦੇ ਵਿੱਚ ਤਾਂ ਉਸਨੇ ਅਰਦਾਸ ਕੀਤੀ ਕਿ ਜੇਕਰ ਮੇਰਾ ਇਹ ਜਹਾਜ਼ ਬਚ ਜਾਂਦਾ ਤਾਂ ਮੈਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਇੱਕ ਜਹਾਜ਼ਨੁਮਾ ਇਮਾਰਤ ਬਣਾਵਾਂਗੇ, ਜਹਾਜ਼ਨੁਮਾ ਹਵੇਲੀ ਬਣਾਵਾਂਗਾ। ਇਤਿਹਾਸ ਦੱਸਦਾ ਕਿ ਉਸਦਾ ਉਹ ਜਹਾਜ਼ ਬਚ ਗਿਆ, ਜਿਸ ਤੋਂ ਬਾਅਦ ਉਸਨੇ ਫਤਿਹਗੜ੍ਹ ਸਾਹਿਬ ਦੇ ਵਿੱਚ ਜਹਾਜ਼ ਹਵੇਲੀ ਬਣਾਈ। ਇਸ ਨੂੰ ਜਹਾਜ਼ ਹਵੇਲੀ ਸਿਰਫ ਨਾਮ ਨਹੀਂ ਦਿੱਤਾ ਗਿਆ, ਇਸ ਦੀ ਸ਼ੇਪ ਵੀ ਬਿਲਕੁਲ ਇੱਕ ਜਹਾਜ਼ ਵਰਗੀ ਸੀ। ਜਿਵੇਂ ਇੱਕ ਪਾਣੀ ਦਾ ਜਹਾਜ਼ ਹੁੰਦਾ ਉੱਦਾਂ ਦੀ ਇਹ ਸ਼ੇਪ ਬਣਾਈ ਗਈ। ਇਹ ਇਮਾਰਤ ਅੱਧੀ ਧਰਤੀ ਦੇ ਵਿੱਚ ਸੀ, ਅੱਧੀ ਧਰਤੀ ਤੋਂ ਬਾਹਰ ਸੀ। ਜਿਵੇਂ ਇੱਕ ਪਾਣੀ ਦਾ ਜਹਾਜ਼ ਅੱਧਾ ਪਾਣੀ ਦੇ ਵਿੱਚ ਡੁੱਬ ਕੇ ਚੱਲਦਾ, ਉਸੇ ਤਰ੍ਹਾਂ ਦੀ ਇਹ ਹਵੇਲੀ ਬਣਾਈ ਗਈ ਸੀ। ਦੂਰੋਂ ਦੇਖ ਕੇ ਇਦਾਂ ਲੱਗਦਾ ਸੀਗਾ ਕਿ ਕੋਈ ਜਹਾਜ਼, ਪਾਣੀ ਦਾ ਜਹਾਜ਼ ਖੜਾ ਹੋਇਆ। ਇਸ ਦੀਆਂ 5 ਮੰਜ਼ਿਲਾਂ ਸੀ। ਇਮਾਰਤ ਸਾਜ਼ੀ ਕਿੰਨੀ ਜ਼ਬਰਦਸਤ ਸੀ, ਆਰਕੀਟੈਕਚਰ ਸਟਰਕਚਰ ਕਿੰਨਾ ਜ਼ਬਰਦਸਤ ਸੀ। ਇਹ ਤੁਸੀਂ ਸੋਚੋ ਕਿ ਉਸ ਵਕਤ 5 ਮੰਜ਼ਿਲਾਂ ਸੀਗੀਆਂ, ਅੱਜ ਤੋਂ ਕਈ ਸੌ ਸਾਲ ਪਹਿਲਾਂ। ਇਸ ਦੇ ਵਿੱਚ, ਇਸ ਹਵੇਲੀ ਦੇ ਵਿੱਚ ਰਸੂਖਦਾਰ ਇਹ ਵਿਅਕਤੀ ਮੰਨਿਆ ਜਾਂਦਾ ਸੀਗਾ। ਇਸ ਦੀ ਹਵੇਲੀ ਦੇ ਵਿੱਚ 40 ਤੋਂ ਵੱਧ ਕਮਰੇ ਸੀਗੇ, 40 ਤੋਂ ਵੱਧ ਕਮਰੇ, ਔਰ ਤਹਿਖਾਨਾ ਸੀ ਜਿਸ ਨੂੰ ਆਪਾਂ ਬੇਸਮੈਂਟ ਕਹਿੰਦੇ ਹਾਂ। ਇਹ ਦੱਸਿਆ ਜਾਂਦਾ ਕਿ ਬੇਸਮੈਂਟ ਪੂਰੀ ਹਵੇਲੀ ਦੇ ਨਾਲ ਕਨੈਕਟ ਸੀ, ਔਰ ਬੇਸਮੈਂਟ ਦੇ ਵਿੱਚ ਕਿਉਂਕਿ ਇਹ ਵਪਾਰੀ ਸੀਗਾ, ਬੇਸਮੈਂਟ ਦੇ ਵਿੱਚ ਵਪਾਰੀ ਨਾਲ ਸੰਬੰਧਿਤ ਜਾਂ ਵਪਾਰ ਨਾਲ ਸੰਬੰਧਿਤ ਜਿਹੜੀਆਂ ਸਮਾਨ ਸੀਗਾ ਉਹ ਰੱਖਿਆ ਜਾਂਦਾ ਸੀਗਾ। ਹਵੇਲੀ ਦੇ ਪਿਛਲੇ ਪਾਸਿਓਂ ਜਦੋਂ ਅਸੀਂ ਅੰਦਰ ਗਏ, ਸਾਨੂੰ ਦੇਖਣ ਨੂੰ ਮਿਲਿਆ ਕਿ ਉੱਥੇ 2 ਰਸੋਈਆਂ ਸੀ। ਇੱਕ ਪਹਿਲੀ ਰਸੋਈ ਸੀ, ਇੱਕ ਪਿੱਛੇ ਰਸੋਈ ਸੀ। ਉੱਥੇ ਰਸੋਈਆਂ ਦੇ ਵਿੱਚ ਚਿਮਨੀਆਂ ਰੱਖੀਆਂ ਹੋਈਆਂ ਸੀਗੀਆਂ। ਇਹ ਕਿਹਾ ਜਾਂਦਾ ਕਿ ਜਦੋਂ ਰਸੋਈ ਦੇ ਵਿੱਚ ਕੋਈ ਕੰਮ ਹੁੰਦਾ ਸੀ, ਜਦੋਂ ਚਿਮਨੀਆਂ 'ਚੋਂ ਧੂੰਆਂ ਨਿਕਲਦਾ ਸੀ ਤਾਂ ਦੂਰੋਂ ਖੜੇ ਲੋਕਾਂ ਨੂੰ ਇੱਦਾਂ ਭੁਲੇਖਾ ਪੈਂਦਾ ਸੀ ਕਿ ਸਮੁੰਦਰੀ ਜਹਾਜ਼ ਦੀਆਂ ਚਿਮਨੀਆਂ ਦੇ ਵਿੱਚੋਂ ਧੂੰਆਂ ਨਿਕਲ ਰਿਹਾ। ਜਦੋਂ ਅਸੀਂ ਇਹਨਾਂ ਦੇ, ਕਿਉਂਕਿ ਬਹੁਤ ਖਸਤਾ ਹਾਲਤ ਹੋ ਗਈ ਹੈ, ਜਰਜਰ ਹਾਲਤ ਹੋ ਗਈ ਹੈ ਇਸ ਹਵੇਲੀ ਦੀ, ਹੁਣ ਅਮਰੀਕਾ, ਕੈਨੇਡਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੁਰਾਤਤਵ ਵਿਭਾਗ ਦੇ ਸਹਿਯੋਗ ਦੇ ਨਾਲ ਇਸ ਹਵੇਲੀ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ। ਜਦੋਂ ਅਸੀਂ ਇਸ ਕਮਰੇ ਦੇ ਅੰਦਰ ਗਏ ਤਾਂ ਆਲੀਸ਼ਾਨ ਇਮਾਰਤ ਸਾਜ਼ੀ ਦੇਖਣ ਨੂੰ ਮਿਲੀ। ਇੰਨੇ 100 ਸਾਲ ਹੋਣ ਦੇ ਬਾਵਜੂਦ ਵੀ 3-3 ਫੁੱਟ ਚੌੜੀਆਂ ਇਸ ਦੀਆਂ ਦੀਵਾਰਾਂ ਸੀਗੀਆਂ, ਉਹ ਉੱਦਾਂ ਹੀ ਕਾਇਮ ਸੀਗੀਆਂ। ਜੋ ਆਰਕੀਟੈਕਚਰ ਉੱਥੇ ਸੀਗੇ ਜਿਨ੍ਹਾਂ ਨੇ ਸੇਵਾ ਸੰਭਾਲ ਲਈ ਹੋਈ ਹੈ, ਉਹ ਕਹਿੰਦੇ ਨੇ ਕਿ ਇਹਦਾ ਲੈਂਟਰ ਇੰਨਾ ਮਜ਼ਬੂਤ ਹੈ, ਉਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਸਰੀਆ ਸਟੀਲ ਦੀ ਵਰਤੋਂ ਨਹੀਂ ਕੀਤੀ ਗਈ। ਅੱਜ ਵੀ ਅਸੀਂ ਜੇ ਤੋੜਨਾ ਚਾਹੀਏ ਤਾਂ ਲੈਂਟਰ ਨੂੰ ਤੋੜਨ ਦੇ ਲਈ ਬੜੀ ਮੁਸ਼ੱਕਤ ਕਰਨੀ ਪੈਂਦੀ ਹੈ। ਕਈ 100 ਸਾਲ ਪਹਿਲਾਂ ਬਣੀ ਹੋਈ ਇਮਾਰਤ ਜਿਸ ਦਾ ਲੈਂਟਰ ਅੱਜ ਵੀ ਇੰਨਾ ਮਜ਼ਬੂਤ ਹੈ ਕਿ ਉਹ ਘਣ ਮਾਰਿਆਂ ਵੀ ਟੁੱਟਦਾ ਨਹੀਂ। ਉਹਨਾਂ ਨੇ ਉਸ ਦੀ ਜਾਣਕਾਰੀ ਵੀ ਦੱਸੀ। ਉਹਨਾਂ ਨੇ ਦੱਸਿਆ ਕਿ ਇਹ ਜਿਹੜੇ ਕਮਰੇ ਸੀਗੇ ਇੰਟਰਕਨੈਕਟਡ ਕਮਰੇ ਸੀਗੇ। ਹਰ ਕਮਰੇ ਦੇ ਨਾਲ ਲਗਭਗ ਵਾਸ਼ਰੂਮ ਵੀ ਸੀਗਾ। ਮਤਲਬ ਤੁਸੀਂ ਇਹ ਲਾਓ ਕਿ ਕਿੰਨੇ 100 ਸਾਲ ਪਹਿਲਾਂ ਵੀ ਅਟੈਚ ਵਾਸ਼ਰੂਮ ਵਾਲੇ ਕਮਰੇ ਦੀਵਾਨ ਟੋਡਰਮਲ ਦੀ ਹਵੇਲੀ ਦੇ ਵਿੱਚ ਸੀਗੇ। ਅਲਮਾਰੀਆਂ ਵੀ ਦੇਖਣ ਦੇ ਵਿੱਚ ਮਿਲੀਆਂ, ਸਬੂਤ ਅਲਮਾਰੀਆਂ ਦਾ ਵੀ ਆਇਆ ਕਿ ਉੱਥੇ ਵਾਰਡਰੋਬਸ ਵੀ ਬਣਾਏ ਗਏ ਸੀਗੇ। ਔਰ ਜਦੋਂ ਹਵੇਲੀ ਦੇ ਸੱਜੇ ਪਾਸੇ ਦੇਖਦੇ ਹਾਂ ਤਾਂ ਸਾਨੂੰ ਇੱਕ ਸਵਿਮਿੰਗ ਪੂਲ ਵੀ ਉੱਥੇ ਨਜ਼ਰ ਆਇਆ। ਉਸ ਸਵਿਮਿੰਗ ਪੂਲ ਦੇ ਵਿੱਚ ਪਾਣੀ ਜਿਹੜਾ ਆਉਂਦਾ ਸੀਗਾ, ਉਸਦੇ ਪਾਣੀ ਤਾਂ ਆਉਂਦਾ ਹੀ ਸੀ, ਨਾਲ ਇੱਕ ਫੁਆਰਾ ਵੀ ਲੱਗਿਆ ਹੋਇਆ ਸੀਗਾ। ਅਸੀਂ ਇਹ ਪੁੱਛਿਆ ਉਹਨਾਂ ਤੋਂ ਵੀ ਉਦੋਂ ਕੋਈ ਮੋਟਰ ਨਹੀਂ ਹੁੰਦੀ ਸੀ, ਕੁਝ ਨਹੀਂ ਹੁੰਦਾ ਸੀ, ਇਹ ਫੁਆਰਾ ਚੱਲਦਾ ਕਿਵੇਂ ਸੀ। ਉਹਨਾਂ ਨੇ ਸਾਨੂੰ ਦੱਸਿਆ ਕਿ ਹਵੇਲੀ ਤੋਂ ਕੁਝ ਹੀ ਮੀਟਰ ਦੀ ਦੂਰੀ ਤੇ ਇੱਕ ਖੂਹ ਸੀਗਾ। ਖੂਹ ਟਿੰਡਾਂ ਦੇ ਨਾਲ ਪਾਣੀ ਹੈ ਜਿਹੜਾ ਉਹ ਅੰਡਰਗਰਾਊਂਡ ਪਾਈਪ, ਸੀਮੈਂਟ ਦੇ ਪਾਈਪ ਜਿਹੜੇ ਨੇ ਉਹ ਸਾਨੂੰ ਉੱਥੇ ਦੇਖਣ ਨੂੰ ਮਿਲੇ। ਅੰਡਰਗਰਾਊਂਡ ਪਾਈਪ ਜਿਹੜੇ ਨੇ ਉਹ ਕਿਚਨ ਤੱਕ ਜਾਂਦੇ ਸੀ। ਕਿਚਨ ਦੇ ਵਿੱਚ ਪਾਣੀ ਦੀ ਹੋਦੀ ਬਣੀ ਹੋਈ ਸੀ। ਖੂਹ ਤੋਂ ਪਾਣੀ ਨਿਕਲ ਕੇ ਸਿੱਧਾ ਹੋਦੀ ਦੇ ਵਿੱਚ ਆਉਂਦਾ ਸੀ, ਰਸੋਈ ਦੀ ਹੋਦੀ ਦੇ ਵਿੱਚ ਆਉਂਦਾ ਸੀ। ਜਦੋਂ ਰਸੋਈ ਦੀ ਹੋਦੀ ਓਵਰਫਲੋ ਹੋ ਜਾਂਦੀ ਸੀ ਤਾਂ ਇੱਕ ਪਾਈਪ ਹੈ ਜਿਹੜਾ ਓਵਰਫਲੋ ਕਰਦਾ ਹੋਇਆ ਉਹ ਸਵਿਮਿੰਗ ਪੂਲ ਦੇ ਵਿੱਚ ਸੁੱਟਿਆ ਹੋਇਆ ਸੀਗਾ।
ਓਵਰਫਲੋ ਕਰਕੇ ਪਾਣੀ ਹੈ ਜਿਹੜਾ ਉਹ ਸਵਿਮਿੰਗ ਪੂਲ ਦੇ ਵਿੱਚ ਜਾਂਦਾ ਸੀਗਾ ਔਰ ਪ੍ਰੈਸ਼ਰ ਦੇ ਨਾਲ ਪਾਣੀ ਗਿਰਦਾ ਸੀਗਾ ਕਿਉਂਕਿ ਸਵਿਮਿੰਗ ਪੂਲ ਥੋੜਾ ਹੇਠਾਂ ਸੀਗਾ, ਹੋਦੀ ਹੈ ਜਿਹੜੀ ਕਿਚਨ ਦੀ ਉਹ ਉੱਚੀ ਸੀ, ਤਾਂ ਉਹ ਪ੍ਰੈਸ਼ਰ ਹੋਣ ਕਰਕੇ ਪ੍ਰੈਸ਼ਰ ਨਾਲ ਪਾਣੀ ਗਿਰਨ ਕਰਕੇ ਫੁਆਰਾ ਆਪਣੇ ਆਪ ਚੱਲ ਪੈਂਦਾ ਸੀਗਾ। ਇਦਾਂ ਦੀ ਕਾਰਾਗਰੀ ਕਈ ਸੌ ਸਾਲ ਪਹਿਲਾਂ ਦੀ ਸੀਗੀ। ਬਹੁਤ ਸਾਰੇ ਉੱਥੇ ਪ੍ਰਮਾਣ ਮਿਲਦੇ ਨੇ ਕਿ ਜਿਹੜੇ ਲਾਂਗਰੀ ਸੀ ਜਾਂ ਨੌਕਰ ਸੀ ਉਹਨਾਂ ਦਾ ਕਮਰਾ ਵੱਖਰੇ ਤੌਰ ਤੇ ਬਣਾਇਆ ਗਿਆ, ਉੱਥੇ ਉਹਦੀ ਨਿਸ਼ਾਨਦੇਹੀ ਮਿਲਦੀ ਹੈ। ਇੱਥੋਂ ਤੱਕ ਕਿ ਕਿਚਨ ਦੀ ਸਵਾਹ ਰਾਖ ਜਿਹਨੂੰ ਕਹਿੰਦੇ ਆ ਲੱਕੜਾਂ ਦੀ, ਉਹ ਵੀ ਖੁਦਾਈ ਦੇ ਦੌਰਾਨ ਮਿਲੀ ਹੈ। ਸੋ ਹੁਣ ਇਸ ਪੂਰੀ ਹਵੇਲੀ ਨੂੰ ਉਸੇ ਤਰ੍ਹਾਂ ਸਾਂਭ ਕੇ ਰੱਖਿਆ ਗਿਆ, ਪੁਰਾਤਤਵ ਵਿਭਾਗ ਦੇ ਅਧੀਨ ਇਸ ਹਵੇਲੀ ਨੂੰ ਕਰ ਦਿੱਤਾ ਗਿਆ। ਖਾਸ ਗੱਲ ਇਹ ਹੈ ਕਿ ਹੁਣ ਸੰਗਤਾਂ ਜਿਹੜੀਆਂ ਨੇ ਉਹ ਦਰਸ਼ਨ ਦੇ ਲਈ ਆਉਂਦੀਆਂ ਨੇ। ਬੜੀ ਸੋਹਣੀ ਇਮਾਰਤ ਸੀਗੀ ਪਰ ਵਕਤ ਦੇ ਥਪੇੜਿਆਂ ਕਰਕੇ ਇਸ ਇਮਾਰਤ ਦੀ ਹਾਲਤ ਜਰਜਰ ਹੋ ਗਈ। ਇਹ ਦੱਸਿਆ ਜਾਂਦਾ ਹੈ, ਕੁਝ ਲੋਕ ਕਹਿੰਦੇ ਨੇ ਇਤਿਹਾਸ ਦੇ ਵਿੱਚ ਦੋ ਪੱਖ ਆਉਂਦੇ ਨੇ ਦੀਵਾਨ ਟੋਡਰਮਲ ਬਾਰੇ। ਇਹ ਵੀ ਕਿਹਾ ਗਿਆ ਕਿ ਉਸ ਵਕਤ ਜਦੋਂ ਦੇਹਾਂ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ, ਦੀਵਾਨ ਟੋਡਰਮਲ ਤੇ ਉਸ ਦੀ ਪੂਰੀ ਫੈਮਿਲੀ ਨੂੰ ਕਤਲ ਕਰ ਦਿੱਤਾ ਗਿਆ। ਕੁਝ ਲੋਕ ਇਹ ਕਹਿੰਦੇ ਨੇ ਕਿ ਦੀਵਾਨ ਟੋਡਰਮਲ ਨੇ ਆਪਣਾ ਸਭ ਕੁਝ ਵੇਚਤਾ ਸੀ, ਇਹ ਹਵੇਲੀ ਵੀ ਉਹਦੀ ਵਿਕ ਗਈ ਸੀ ਕਿਉਂਕਿ ਉਹਦੇ ਕੋਲ ਪੈਸੇ ਨਹੀਂ ਸੀਗੇ। ਹਵੇਲੀ ਵੀ ਵੇਚ ਕੇ ਉਸਨੇ ਅੰਤਮ ਸੰਸਕਾਰ ਕੀਤਾ ਸੀਗਾ। ਉਸ ਤੋਂ ਬਾਅਦ ਉਹ ਫਤਿਹਗੜ੍ਹ ਸਾਹਿਬ ਦੀ ਧਰਤੀ ਛੱਡ ਕੇ ਕਿਧਰੇ ਹੋਰ ਚਲਾ ਗਿਆ ਸੀਗਾ। ਇਤਿਹਾਸ ਦੇ ਦੋ ਪੱਖ ਮਿਲਦੇ ਨੇ ਪਰ ਕੁੱਲ ਮਿਲਾ ਕੇ ਇਸ ਹਵੇਲੀ ਨੂੰ ਜਦੋਂ ਮੈਂ ਆਪਣੇ ਅੱਖੀ ਦੇਖਿਆ, ਤੁਸੀਂ ਜ਼ਰੂਰ ਜਾਓ। ਜਦੋਂ ਤੁਸੀਂ ਦੇਖੋਗੇ ਤੁਹਾਨੂੰ ਇਹ ਅਹਿਸਾਸ ਹੋਏਗਾ ਕਿ ਉਹ ਅਨੰਦ ਸੇਵਕ ਜਿਹੜਾ ਸਿੱਖ ਵੀ ਨਹੀਂ ਸੀ, ਗੈਰ ਸਿੱਖ ਹੋਣ ਦੇ ਬਾਵਜੂਦ ਵੀ ਉਸਨੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਪ੍ਰਤੀ ਉਹ ਪਿਆਰ, ਉਹ ਪ੍ਰੇਮ ਦੀ ਭਾਵਨਾ ਦਿਖਾਈ ਜੋ ਰਹਿੰਦੀ ਦੁਨੀਆ ਤੱਕ ਸਿੱਖ ਕੌਮ ਨੂੰ ਉਸ ਦਾ ਕਰਜ਼ਦਾਰ ਕਰ ਗਈ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਲੋਕਾਂ ਨੂੰ ਇਹ ਪਤਾ ਲੱਗੇ ਕਿ ਦੀਵਾਨ ਟੋਡਰਮਲ ਦੀ ਜਹਾਜ਼ ਹਵੇਲੀ ਕੀ ਸੀ ਤੇ ਉਸ ਦਾ ਨਾਮ ਜਹਾਜ਼ ਹਵੇਲੀ ਕਿਉਂ ਪਿਆ, ਤੇ ਅੱਜ ਵੀ ਉਸ ਜਹਾਜ਼ ਹਵੇਲੀ ਦੇ ਉਹ ਅੰਸ਼ ਮੌਜੂਦ ਨੇ ਜੋ ਇਤਿਹਾਸ ਦੇ ਪੰਨਿਆਂ ਨੂੰ ਫਰੋਲਦੇ ਨੇ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਨਾਲ। ਧੰਨਵਾਦ।